ਨਾਜ਼ਰੀਨ ਬ੍ਰੇਕ ਤੋਂ ਪਹਿਲੇ ਚੋਰ ਸਾਹਿਬ ਦੇ ਜਜ਼ਬਾਤ ਬੜੇ ਹਾਈ ਸਨ ਤੇ ਸਿਆਸਤ ਉੱਤੇ ਹੀ ਗੱਲ ਚੱਲ ਰਹੀ ਸੀ ਤੇ ਉੱਥੇ ਆਪਣੀ ਗੱਲ ਜਾਰੀ ਰੱਖਨੇ ਆ ਤੇ ਚੋਰ ਸਾਹਿਬ ਨੂੰ ਪੁੱਛਨੇ ਆ ਕਿਉਂਕਿ ਕੁਝ ਦਿਨ ਪਹਿਲੇ ਵਜ਼ੀਰ ਆਲਾ KP ਤੇ ਜਿਹੜੇ ਗਵਰਨਰ KP ਕੇ ਉਹਨਾਂ ਦੋਵਾਂ ਦੇ ਇੱਕ ਮੀਟਿੰਗ ਹੋਈ ਤੇ ਉਹਦੇ ਚ ਜਿੱਥੇ ਬਹੁਤ ਸਾਰੇ ਮਾਮਲਾ ਡਿਸਕਸ ਹੋਏ ਨੇ ਉੱਥੇ ਗੰਦਮ ਦੇ ਹਵਾਲੇ ਨਾਲ ਵੀ ਡਿਸਕਸ਼ਨ ਹੋਈ ਹੈ। ਚੋਰ ਸਾਹਿਬ ਇਹ ਗੰਦਮ ਵਾਲਾ ਕੀ ਮਾਮਲਾ ਜੇ ਸੁਣਿਆ ਬੜੀ ਉੱਥੇ ਡਿਟੇਲ ਨਾਲ ਉਹਨਾਂ ਨੇ KP ਦੇ ਵਿੱਚ ਗੰਦਮ ਨਹੀਂ ਸਾਨੂੰ ਦਿੱਤੀ ਜਾ ਰਹੀ। ਕੌਣ ਨਹੀਂ ਦੇ ਗਵਰਨਰ ਸਾਹਿਬ ਵੀ ਨਾਲ ਸਨ ਪੀਪਲਸ ਪਾਰਟੀ ਦੇ, ਫੈਸਲ ਕਰੀਮ ਕੁੰਡੀ ਸਾਹਿਬ ਵੀ ਉੱਥੇ ਜਾਂਦੇ ਔਰ ਮਾਲੀਆਤ ਜਿਹੜੇ ਨੇ ਕੁਝ ਪਾਣੀ ਦੇ ਤੇ ਬਿਜਲੀ ਦੇ ਤੇ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਸਨ। ਹੁਣ ਸਵਾਲ ਇਹ ਹੈਗਾ ਕਿ ਅਗਰ ਅਸੀਂ ਇੱਕ ਥਿਊਰੀ ਦੇ ਹਿਸਾਬ ਨਾਲ ਦੇਖਦੇ ਹਾਂ ਤੇ ਉਸ ਤਰੀਕੇ ਨਾਲ ਦੇਖਦੇ ਹਾਂ ਕਿ ਜੀ ਜਿਹੜੀ ਤਨਾਜ਼ਾਤ ਨੇ ਸੂਬਿਆਂ ਦੇ ਜਿਹੜੇ ਮਾਮਲਾਤ ਨੇ ਉਹਦਾ ਇੱਕ ਫੋਰਮ ਹੈ, ਠੀਕ ਹੈ ਨਾ ਜੀ। ਉਹਦੇ 'ਚ ਸਾਰੇ ਬੈਠਦੇ ਨੇ, ECC ਦੇ ਅੰਦਰ ਵੀ ਬੈਠਦੇ ਨੇ। ਉਸ ਤੋਂ ਬਾਅਦ ਜਿਹੜਾ NFC ਅਵਾਰਡ ਦੇ ਅੰਦਰ ਵੀ ਮੁਖਤਲਿਫ ਤਨਾਜ਼ਾਤ ਤੈਅ ਹੁੰਦੇ ਨੇ ਤੇ ਉਹਦੇ ਅੰਦਰ ਬੈਠ ਜਾਣਗੇ ਤੇ ਆਪਣੇ ਸਾਰੇ ਮਾਮਲਾਤ ਨੂੰ ਰੱਖਣਗੇ ਤੇ ਹੱਲ ਹੋ ਜਾਣਗੇ। ਹੁਣ ਇਹਨੂੰ ਇੱਕ ਪ੍ਰੈਸ ਕਾਨਫਰੰਸਾਂ ਦੇ ਵਿੱਚ ਇਸ਼ੂ ਬਣਾਉਣਾ ਔਰ ਇਹਨੂੰ ਚੀਜ਼ਾਂ ਨੂੰ ਲੈ ਕੇ ਜਿਹੜੀ ਮੈਂ ਅੱਗੇ ਪਾਰਲੀਮਾਨੀ ਕਿਰਦਾਰ ਅਦਾ ਕੀਤਾ ਕਿ ਜੇ ਤੁਸੀਂ ਪਾਰਲੀਮੈਂਟ ਦੇ ਵਿੱਚ ਹੋ, ਤੁਹਾਡੀ ਪੂਰੀ ਪਾਰਲੀਮਾਨੀ ਦੇਖੋ ਹਰ ਚੀਜ਼ ਇੱਕ ਮੈਥਡ ਇੱਕ ਤਰੀਕਾ ਕਾਨੂੰਨ ਔਰ ਆਇਨ ਨੇ ਵਜ਼ਾ ਕੀਤਾ ਹੈ। ਅਗਰ ਤੁਹਾਡੇ ਸੂਬੇ ਦੇ ਕੋਈ ਮਾਲੀਆਤ ਦੇ ਮਾਮਲਾਤ ਨੇ ਜਾਂ ਜਿੰਨੇ ਵੀ ਨੇ ਟੋਟਲ ਤੁਹਾਡਾ ਕੋਈ ਪ੍ਰੋਬਲਮ ਹੈਗਾ ਤੇ ਫੈਡਰੇਸ਼ਨ ਦਾ ਵੀ ਤਾਂ ਕੋਈ ਮੌਕਫ ਹੋਏਗਾ ਨਾ, ਕੱਲਾ ਤੁਹਾਡਾ ਤਾਂ ਨਹੀਂ ਹੈਗਾ। ਫੈਡਰੇਸ਼ਨ ਦਾ ਵੀ ਤਾਂ ਇੱਕ ਮੌਕਫ ਹੈ ਵੇ ਨਾ, ਉਹਨਾਂ ਨੇ ਵੀ ਤਾਂ ਕੋਈ ਦੱਸਣਾ ਕਿ ਜੀ ਇਹ ਚੀਜ਼ਾਂ ਨੇ ਇੰਨੇ ਦਿੱਤੇ ਨੇ, ਇੰਨੇ ਰਹਿ ਗਏ ਨੇ, ਇੰਨੇ ਇਹ ਚੀਜ਼ਾਂ ਹੋ ਗਈਆਂ ਤੇ ਤੁਸੀਂ ਪ੍ਰੈਸ ਕਾਨਫਰੰਸ ਦਾ ਉਹਨੂੰ ਪੋਲੀਟੀਕਲ ਇਸ਼ੂ ਤੁਸੀਂ ਬਣਾਉਂਦੇ ਹੋ ਤੇ ਇਹਦਾ ਮਤਲਬ ਕਿ ਤੁਸੀਂ ਪੁਆਇੰਟ ਸਕੋਰ ਕਰ ਰਹੇ ਹੋ ਕੁਛ ਨਾ ਕਿਸੇ ਹੱਦ ਤੱਕ। ਤੁਸੀਂ ਵੈਸੇ ਤੇ ਕਰਦੇ ਇੰਜ ਹੀ ਨੇ ਨਾ, ਇੰਜ ਹੀ ਕਰਦੇ ਕਿਉਂਕਿ ਜਿਸ ਵੇਲੇ ਤੁਸੀਂ ਕਰਨੇ ਨੇ ਡਿਸਕਸ, ਇੱਕ ਇਜਲਾਸ ਹੋਣਾ ਹੈ, ਤੁਸੀਂ ਉਹ ਇਜਲਾਸ ਰੈਕੁਜ਼ੀਸ਼ਨ ਪੇਸ਼ ਕਰੋ ਅਸੈਂਬਲੀ 'ਚ, ਉਹ ਇਜਲਾਸ ਬੁਲਾਓ, ਉਹਦੇ 'ਚ ਬੈਠ ਕੇ ਡਿਸਕਸ ਕਰੋ ਚੀਜ਼ਾਂ ਨੂੰ ਕਿ ਜੀ ਇਹ ਚੀਜ਼ਾਂ ਨੇ, ਤੁਹਾਡੇ ਐਕਸਪਰਟ ਆ ਕੇ ਬੈਠਣ। ਇਹ ਕੋਈ ਸੁਹੇਲ ਅਫਰੀਦੀ ਨੇ ਤਾਂ ਨਹੀਂ ਜਾ ਕੇ ਕੁਝ ਕਰ ਲੈਣਾ, ਉਹਨੂੰ ਵਿਚਾਰੇ ਨੂੰ ਕੀ ਪਤਾ ਹੋਣਾ ਤੇ ਪੂਰਾ ਡਾਟਾ ਚਾਹੀਦਾ, ਪੂਰਾ ਉਹਦੇ ਤੇ ਐਕਸਪਰਟ ਲੋਕ ਚਾਹੀਦੇ ਨੇ, ਫਿਰ ਜਾ ਕੇ ਤੁਸੀਂ ਉਹਨੂੰ ਪੇਸ਼ ਕਰੋਗੇ ਨਾ। ਉਹ ਤੁਸੀਂ ਪੇਸ਼ ਕਰੋ ਔਰ ਜਿਹੜਾ ਤੁਹਾਡਾ ਬਣਦਾ, ਜਿਹੜਾ ਸੂਬੇ ਨੂੰ ਬਣਦਾ ਉਹਨੂੰ ਉਹ ਮਿਲਣਾ ਵੀ ਚਾਹੀਦਾ। ਬਲਕਿ ਇਹਨਾਂ ਨੂੰ ਤੇ ਜ਼ਿਆਦਾ ਮਿਲਦੇ ਨੇ ਕਿਉਂਕਿ ਜਿਹੜਾ ਦਹਿਸ਼ਤਗਰਦੀ ਦਾ ਚੈਲੰਜ ਫੇਸ ਕਰ ਰਹੇ ਨੇ ਉਹਦੀ ਵਜ੍ਹਾ ਤੋਂ ਪੰਜਾਬ ਦੇ ਵੀ ਬਜਟ ਚੋਂ ਕੁਝ ਹਿੱਸਾ ਉਧਰ ਜਾਂਦਾ। ਹੁਣ ਆ ਜਾਓ ਅਗਰ ਅਸੀਂ ਪ੍ਰੈਕਟੀਕਲ ਓਵਰਆਲ ਚੀਜ਼ਾਂ ਨੂੰ ਵੇਖੀਏ, ਇਹਦੇ 'ਚ ਇੱਕ ਚੀਜ਼ ਸ਼ਾਮਿਲ ਕਰ ਲੈਣਾ ਨਾਲ ਹੀ, ਤੁਸੀਂ ਫਿਰ ਜ਼ਰਾ ਓਵਰਵਿਊ ਦੇ ਦੇਣਾ। ਅਸੀਂ ਜਦੋਂ ਪਾਰਲੀਮੈਂਟ ਦੀ ਇੰਪੋਰਟੈਂਸ ਦੀ ਗੱਲ ਕਰ ਰਹੇ ਹਾਂ ਉੱਥੇ ਅਸੀਂ ਇਹ ਦੇਖਦੇ ਹਾਂ ਕਿ ਬਹੁਤ ਸਾਰੇ ਮਾਮਲਾਤ ਇਵਨ ਗਵਰਨਮੈਂਟ ਦੀ ਤਰਫੋਂ ਵੀ ਉਹਦੇ 'ਤੇ ਬੁਲਾ ਲਿਆ ਜਾਂਦੀ ਹੈ ਆਲ ਪਾਰਟੀਜ਼ ਕਾਨਫਰੰਸ, ਠੀਕ ਹੈ, ਔਰ ਚੀਜ਼ਾਂ ਪਾਰਲੀਮੈਂਟ ਤੋਂ ਨਿਕਲ ਕੇ ਤੇ ਬਾਹਰ ਆਲ ਪਾਰਟੀਜ਼ ਕਾਨਫਰੰਸ ਦੇ ਵਿੱਚ ਡਿਸਕਸ ਹੁੰਦੀਆਂ। ਤੇ ਕਿਆ ਇਹ ਨਹੀਂ ਹੋ ਸਕਦਾ ਕਿ ਪਾਰਲੀਮੈਂਟ ਦਾ ਇਜਲਾਸ ਬੁਲਾਇਆ ਜਾਏ ਔਰ ਉਹਦੇ 'ਚ ਜਿਹੜੀਆਂ ਪਾਰਟੀਆਂ ਪਾਰਲੀਮੈਂਟ ਦਾ ਹਿੱਸਾ ਨਹੀਂ ਨੇ ਉਹਨਾਂ ਨੂੰ ਵੀ ਉੱਥੇ ਇਜਲਾਸ ਵਿੱਚ ਸ਼ਾਮਲ ਕਰਕੇ ਪਾਰਲੀਮੈਂਟ ਦੀ ਇੱਕ ਜਿਹੜੀ ਤੌਕੀਰ ਹੈ ਉਹਨੂੰ ਵਧਾ ਕੇ ਤੇ ਉੱਥੇ ਗੱਲ ਕੀਤੀ ਜਾਏ। ਇਸ ਵਾਲੇ ਨਾਲ ਇਹ ਪੂਰੀ ਇੱਕ ਤੁਹਾਨੂੰ ਮੈਂ ਦੱਸ ਰਹਾ ਕਿ ਸਾਡੇ ਅੰਦਰ ਇੱਕ ਸਰਕਾਰੀ ਸਤ੍ਹਾ ਦੇ ਉੱਤੇ ਵੀ ਜਿਹੜੀ ਹਿਜ਼ਬ ਇਕਤਦਾਰ ਹੁੰਦਾ ਉਹਨਾਂ ਦੇ ਅੰਦਰ ਵੀ, ਔਰ ਇਹ ਇੱਕ ਚਲਦੀ ਗੱਲ ਜਿਹੜੀ ਨਾ ਇੱਕ ਸਾਡੇ ਆਮ ਜਿਹੜੇ ਸਾਫੀ ਹਜ਼ਰਾਤ ਨੇ ਉਹਨਾਂ ਤੱਕ ਵੀ ਇਹ ਚੀਜ਼ ਨੂੰ ਨਹੀਂ ਸਮਝ, ਉਹਨਾਂ ਦੀ ਅਕਸਰੀਅਤ ਸਮਝ ਆਉਣ ਦਾ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਕਿ ਉਹਨੂੰ ਇਹਦੇ ਤੇ ਗੌਰ ਕੀਤਾ ਜਾਵੇ। ਹੁਣ ਮਿਸਾਲ ਹੈ ਕਿ ਇੱਕ ਵਾਕਿਆ ਹੋ ਜਾਂਦਾ, ਉਹਦੇ ਤੇ ਨਾਲ ਹੀ ਆ ਜਾਂਦਾ ਜੀ ਇਹਦੇ 'ਚ ਜੁਡੀਸ਼ੀਅਲ ਕਮਿਸ਼ਨ ਬਣਾ ਦੀ ਵੀ ਵਾਏ ਕਿਉਂ ਬਣਾ ਦਿਆ ਜੋ, ਜਦੋਂ ਇੱਕ ਮੈਕੈਨਿਜ਼ਮ ਪੂਰਾ ਇਨਕੁਆਇਰੀ ਦਾ ਇਨਵੈਸਟੀਗੇਸ਼ਨ ਦੇ ਡਿਪਾਰਟਮੈਂਟ ਮੌਜੂਦ ਨੇ, ਹਰ ਚੀਜ਼ ਮੌਜੂਦ ਨੇ, ਤੇ ਜਿਹੜਾ ਤੁਸੀਂ ਜੁਡੀਸ਼ੀਅਲ ਕਮਿਸ਼ਨ ਕਿਸੇ ਜੱਜ ਦੀ ਸਰਬਰਾਹੀ 'ਚ ਜਾਣਾ, ਜੱਜ ਦੇ ਅੱਗੇ ਜੋ ਕੁਝ ਆਪਣੇ ਸਿਆਸੀ ਫੈਸਲਿਆਂ 'ਚ ਕਰਦੇ ਨੇ ਉਹੀ ਜੇ ਉਹਨਾਂ ਨੇ ਕਰਨਾ, ਹੋਰ ਉਹਨਾਂ ਨੇ ਕੀ ਕਰ ਲੈਣਾ। ਇੱਕ ਨਵੀਂ ਕਮੇਟੀ ਬਣਾਤੀ ਉਹ ਖੂਹ ਖਾਤੇ 'ਚ ਪਾ ਦਿੰਦੇ ਹੋ ਤੁਸੀਂ, ਕਿਉਂ ਬਈ? ਇਹਦਾ ਮਤਲਬ ਕਿ ਤੁਹਾਨੂੰ ਤੁਸੀਂ ਆਵਾਮ ਨੂੰ ਇਹ ਦੱਸ ਦਿਓ ਕਿ ਸਾਨੂੰ ਆਪਣੇ ਸਿਸਟਮ ਦੇ ਉੱਤੇ ਖੁਦ ਯਕੀਨ ਨਹੀਂ ਹੈਗਾ। ਕੋਈ ਵੀ ਵੱਡੀ ਇਨਕੁਆਇਰੀ, ਕੋਈ ਵੱਡੀ ਇਨਵੈਸਟੀਗੇਸ਼ਨ ਨੇ ਔਰ ਸਿਆਸੀ ਜਮਾਤਾਂ ਨੇ ਜੀ ਉਹਦੇ ਤੇ ਉਹ ਬਣਾ ਦੇਣ, ਜਿਵੇਂ 9 ਮਈ ਦਾ PTI ਕਹਿੰਦੇ ਇਹਦੇ ਤੇ ਇੱਕ ਕਮਿਸ਼ਨ ਬਣਾ ਦਿਓ। ਕਿਉਂ ਜੀ ਇਹਦੇ ਤੇ ਕਮਿਸ਼ਨ ਬਣਾ ਦਿਓ? ਜਿਹੜੇ ਮੁਜਰਮ ਨੇ, ਇਨਵੈਸਟੀਗੇਸ਼ਨ ਏਜੰਸੀਆਂ ਨੇ, ਉਹਨਾਂ ਨੂੰ ਗ੍ਰਿਫਤਾਰ ਕਰਨਗੀਆਂ, ਉਹਨਾਂ ਨੂੰ ਫੜ ਲੈਣਗੀਆਂ, ਅਦਾਲਤਾਂ ਨੇ ਉਹਨਾਂ ਨੂੰ ਪੇਸ਼ ਹੋ ਕੇ ਸਜ਼ਾਵਾਂ ਦਿਓ। ਕਿਉਂ ਜੀ? ਕਿਸ ਵਾਸਤੇ ਬਣਾਇਆ ਜਾਵੇ ਕਮਿਸ਼ਨ? ਠੀਕ ਹੈ ਨਾ ਜੀ। ਇਹ ਤੇ ਇੱਕ ਗਲਤ ਰਵਾਇਤ ਹੈ। ਅਰਬਾਬੇ ਅਖਤਿਆਰ ਨੂੰ ਇਹਦੇ ਤੇ ਗੌਰ ਕਰਨਾ ਚਾਹੀਦਾ ਕਿ ਤੁਸੀਂ ਜਦੋਂ ਕਮਿਸ਼ਨ ਬਣਾਉਂਦੇ ਹੋ ਤੇ ਇਹਦਾ ਮਤਲਬ ਕਿ ਤੁਸੀਂ ਇੱਕ ਆਇਨ ਦੇ ਅੰਦਰ ਜੇ ਇਹ ਅਖਤਿਆਰ ਰੱਖਿਆ ਤੇ ਬਿਲਕੁਲ ਗਲਤ ਅਖਤਿਆਰ ਹੈਗਾ। ਇਹ ਅਖਤਿਆਰ ਨਹੀਂ ਹੋਣਾ ਚਾਹੀਦਾ ਕਿਉਂਕਿ ਜਿਸਲੇ ਇੱਕ ਇਨਵੈਸਟੀਗੇਸ਼ਨ ਏਜੰਸੀਜ਼ ਮੌਜੂਦ ਨੇ, ਉਹਨਾਂ ਦਾ ਪੈਰਾਮੀਟਰ, ਉਹਨਾਂ ਦਾ ਅਖਤਿਆਰਾਤ, ਉਹਨਾਂ ਦੇ ਆਫੀਸਰ, ਐਕਸਪਰਟ, ਸਾਰੇ ਚੀਜ਼ਾਂ ਉਹਨਾਂ ਦੇ ਕੋਲ ਮੌਜੂਦ ਨੇ, ਉਹਨਾਂ ਨੂੰ ਤਹਿਕੀਕਾਤ ਕਰਨ ਦਿਓ। ਕਿਉਂ ਨਹੀਂ ਕਰਨ ਦਿੰਦੇ? ਇੱਕ ਅਦਾਰੇ ਤੋਂ ਚੁੱਕ ਕੇ ਤੇ ਦੂਸਰੇ ਅਦਾਰੇ ਨੂੰ ਦੇ ਦਿੰਦੇ, ਦੂਸਰੇ ਅਦਾਰੇ ਨੂੰ ਦੇ ਕੇ ਤੇ ਤੀਸਰੇ ਨੂੰ ਦੇ ਦਿੰਦੇ, ਉਹ ਸਾਰਾ ਕੇਸ ਖਰਾਬ ਕਰ ਛੱਡਦੇ ਹੋ ਤੁਸੀਂ।
ਉਹ ਕੇਸ ਦੇ ਵਿੱਚ ਕੁਝ ਨਹੀਂ ਹੁੰਦਾ। ਔਰ ਜਿਹੜਾ ਤੁਸੀਂ ਕਮਿਸ਼ਨ ਬਣਾਉਂਦੇ ਨੇ ਉਹਦੇ ਕੋਲ ਸਵਾਏ ਸਿਫਾਰਿਸ਼ ਕਰਨ ਦੇ ਅਖਤਿਆਰ ਕੋਈ ਨਹੀਂ ਹੁੰਦਾ। ਉਹ ਕਿਵੇਂ ਕਰੇਗਾ, ਉਹਦੇ ਤੇ ਇੰਪਲੀਮੈਂਟ ਕਿਵੇਂ ਕਰਾਏਗਾ? ਇਹ ਤਰੀਕਾਕਾਰ ਬਹੁਤ ਗਲਤ ਹੈ। ਇਹਦੇ ਉੱਤੇ ਸਾਨੂੰ ਸਾਰਿਆਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ, ਭਾਵੇਂ ਉਹ ਬਰਸਰ ਇਕਤਦਾਰ ਪਾਰਟੀਆਂ ਨੇ ਜਾਂ ਜਿਹੜੇ ਵੀ ਨੇ ਉਹਨਾਂ ਦੇ ਉੱਤੇ, ਕਿ ਤੁਸੀਂ ਜਦੋਂ ਇੱਕ ਸਿਸਟਮ ਬਣਾ ਦਿੱਤਾ ਹੈ, ਇੱਕ ਸਿਸਟਮ ਦੇ ਵਿੱਚ ਇਨਵੈਸਟੀਗੇਸ਼ਨ ਡਿਪਾਰਟਮੈਂਟ ਹੈ, FIA ਵੇ ਸਾਰੀ ਚੀਜ਼ਾਂ ਨੇ, ਤੇ ਤੁਸੀਂ ਉਹਨਾਂ ਦੇ ਹੁੰਦਿਆਂ ਤੁਸੀਂ ਅਲੱਗ ਤੋਂ ਇੱਕ ਜੱਜ ਸਾਹਿਬ ਦੇ ਸਰਬਰਾਹੀ ਦੇ ਵਿੱਚ ਕਮਿਸ਼ਨ ਦਾ ਕੀ ਤੁਕ ਬਣਦਾ ਹੈ ਜੀ? ਕਿੰਨੇ ਕਮਿਸ਼ਨ ਬਣੇ ਨੇ ਇੱਥੇ ਅੱਜ ਤੱਕ? ਕੀ ਹੋਇਆ ਉਹਨਾਂ ਦੇ ਹੁਣ ਤੱਕ? ਹਮੂਦੁਰ ਰਹਿਮਾਨ ਕਮਿਸ਼ਨ ਤੋਂ ਲੈ ਕੇ ਲਿਆਕਤ ਅਲੀ ਖਾਨ ਦੇ ਮਰਡਰ ਦੇ ਉੱਤੇ ਕਮਿਸ਼ਨ ਬਣਿਆ, ਮੋਹਤਰਮਾ ਫਾਤਿਮਾ ਜਨਾਹ ਦੇ ਉੱਤੇ ਇੱਕ ਕਮੇਟੀ ਔਰ ਇੱਕ ਕਮਿਸ਼ਨ ਬਣਿਆ ਸੀ, ਅਯੂਬ ਖਾਨ ਨੇ ਬਣਵਾਇਆ ਸੀ, ਤੇ ਉਹਦੇ ਵਿੱਚ ਇੱਕ ਮੁਤਲਕਾ ਰੁਕਨ ਜਿਹੜੇ DIG ਸਾਹਿਬ ਸੀ ਉਹ ਇੱਕ ਮੀਟਿੰਗ 'ਚ ਨਹੀਂ ਆਏ, ਤੇ ਉਹਦੇ TROs ਇਹੋ ਜਿਹੇ ਬਣਵਾਏ ਗਏ ਸਨ ਕਿ ਰੁਕਨ ਇੱਕ ਵੀ ਅਗਰ ਨਹੀਂ ਆਏਗਾ ਤੇ ਉਹਦਾ ਇਜਲਾਸ ਨਹੀਂ ਹੋਏਗਾ। ਅੱਛਾ, TR 'ਚ ਸ਼ਾਮਲ ਕਰਤਾ, TR 'ਚ ਸ਼ਾਮਲ ਕਰਤਾ, ਤੇ ਉਹ ਜਿਹੜੇ ਪੁਲਿਸ ਦੇ ਇੱਕ ਅਫਸਰ ਸਨ ਉਹ ਭਾਈ ਸਾਹਿਬ ਆਂਦੇ ਹੀ ਨਹੀਂ ਸਨ। ਤੇਦਾਰੇ ਇਜਲਾਸ ਹੀ ਉਹ ਇਜਲਾਸ ਖਤਮ ਹੋ ਗਿਆ ਬਈ। ਜਿਸਲੇ ਫਿਰ ਅਦਾਰੇ ਔਰ ਕੀਤਾ ਮੁਰਤਜ਼ਾ ਭੁੱਟੋ ਕਤਲ ਕੇਸ ਦੇ ਉੱਤੇ ਕਮਿਸ਼ਨ ਬਣਿਆ, ਰਿਪੋਰਟ ਆ ਗਈ, ਖਤਮ ਹੋ ਗਿਆ। ਬੇਨਜ਼ੀਰ ਭੁੱਟੋ ਦਾ ਵੀ ਕਮਿਸ਼ਨ ਬੇਨਜ਼ੀਰ ਭੁੱਟੋ ਸਾਹਿਬ ਤੇ ਵੀ ਹੋਇਆ, ਉਹ ਵੀ ਖਤਮ ਹੋ ਗਿਆ। ਲੇਕਿਨ ਉਹਨਾਂ ਦੇ ਉੱਤੇ ਫਿਰ ਇੱਕ ਸਿਸਟਮ ਨੇ ਕੇਸ ਚਲਾਏ ਨੇ ਨਾ, ਜਿੰਨੇ ਵੀ ਬੰਦਿਆਂ ਨੂੰ ਸਜ਼ਾਵਾਂ ਹੋਈਆਂ ਨੇ, ਜਿੰਨੇ ਬੰਦਿਆਂ ਨੂੰ ਲੱਭਿਆ ਗਿਆ, ਉਹ ਸਿਸਟਮ ਨੇ ਕੀਤਾ। ਤੁਸੀਂ ਸਿਸਟਮ ਤੋਂ ਡੀਰੇਲ ਕਿਉਂ ਕਰਦੇ? ਭਾਵੇਂ ਉਹ ਗਵਰਨਮੈਂਟ ਵੀ ਹੈ, ਉਹ ਕਿਉਂ ਸਿਸਟਮ ਨੂੰ ਡੀਰੇਲ ਕਰਦੀ? ਆਪੋਜੀਸ਼ਨ ਉਹ ਕਿਉਂ ਮੁਤਾਲਬਾ ਕਰਦੀ? ਜਦੋਂ ਤੁਸੀਂ ਪਾਰਲੀਮੈਂਟ 'ਚ ਬੈਠੇ ਹੋ, ਪਾਰਲੀਮੈਂਟ ਸੁਪਰੀਮ ਹੈ, ਤੁਸੀਂ ਕਿਉਂ ਨਹੀਂ ਕਰਦੇ? ਅਸੀਂ ਵਾਪਸ ਆ ਜਾਓ ਗੰਦਮ ਦੇ ਇਸ਼ੂ ਦੇ ਉੱਤੇ ਆ ਜਾਂਦੇ। ਨਹੀਂ, ਉਹਦੇ ਨਾਲ ਹੀ APC ਕਰ ਰਹੇ ਸੀ। ਹਾਂ, APC ਦਾ ਤੇ ਚਲੋ ਇੱਕ ਅਲੱਗ ਬਣਦਾ ਹੈ ਕਿ ਕੋਈ ਐਡਾ ਵੱਡਾ ਨੈਸ਼ਨਲ ਇਸ਼ੂ ਆ ਗਿਆ ਤੇ ਫਿਰ ਤੇ ਚਲੋ ਸਮਝੋ ਵੀ ਪਾਰਲੀਮੈਂਟ ਤੋਂ ਬਾਹਰ ਜਿਹੜੀਆਂ ਜਮਾਤਾਂ ਨੇ ਉਹਨਾਂ ਨੂੰ ਪਾਰਲੀਮੈਂਟ ਦੇ ਅੰਦਰ ਲਿਆਓ, ਪਾਰਲੀਮੈਂਟ 'ਚ ਲਿਆ ਕੇ ਤੇ ਇੱਕ ਜਿਵੇਂ ਵਿਜ਼ਿਟਰ ਗੈਲਰੀ ਦੇ ਵਿੱਚ ਉਹਨਾਂ ਨੂੰ ਬਿਠਾਓ, ਉਹਨਾਂ ਨੂੰ ਜਿਵੇਂ ਅਬਜ਼ਰਵਰ ਬਹਿੰਦੇ ਨੇ, ਤੇ ਉਹਨਾਂ ਦੇ ਕੋਲੋਂ ਇੱਕ ਕੰਸੈਂਸਸ ਵੋਟ ਵੀ ਲੈ ਲਓ, ਠੀਕ ਹੈ ਨਾ, ਤਾਂ ਕਿ ਇੱਕ ਪਾਲਿਸੀ ਤੁਹਾਡੀ ਉਹ ਬਣ ਜਾਵੇ ਤੇ ਪਾਰਲੀਮੈਂਟ ਨੂੰ ਇਹ ਹੋ ਜਾਓ ਹੋਣਾ ਚਾਹੀਦਾ। ਦੂਸਰੀ ਗੱਲ ਆ ਜਾਓ, ਅਸੀਂ ਹੁਣ KP ਦੇ ਉੱਤੇ ਆ ਜਾਂਦੇ ਹਾਂ ਜਾਂ ਬਲੋਚਿਸਤਾਨ ਦੇ ਉੱਤੇ ਆ ਜਾਂਦੇ ਹਾਂ, ਗੰਦਮ ਦੇ ਉੱਤੇ ਆ ਜਾਂਦੇ ਹਾਂ। ਅੱਜ ਸਿੰਧ ਨੇ ਵੀ ਆਪਣੀ ਸੂਬੇ ਤੋਂ ਬਾਹਰ ਜਾਣ ਤੇ ਗੰਦਮ ਦੇ ਉੱਤੇ ਪਾਬੰਦੀ ਲਾਤੀ। ਹੁਣ ਸਾਰੇ ਕਹਿਣਗੇ ਜੀ ਸਿੰਧ ਨੇ ਕਿਉਂ ਲਾਤੀ? ਵੀ ਇਹ ਰਾਈਟ ਹੈਗਾ, ਅਗਰ ਇੱਕ ਸੂਬੇ ਨੇ ਆਪਣੀ ਗੰਦਮ ਪੈਦਾ ਕੀਤੀ ਹੈ ਤਾਂ ਪਹਿਲੇ ਆਪਣੀ ਜ਼ਰੂਰਤ ਨੂੰ ਦੇਖੇਗਾ ਨਾ, ਵੀ ਮੈਂ ਮੇਰੇ ਸੂਬੇ ਦੇ ਲੋਕਾਂ ਦੀ ਪੂਰੀ ਹੈ ਕਿ ਨਹੀਂ ਹੈਗੀ। ਠੀਕ ਹੈ, KP ਦੀ ਗਵਰਨਮੈਂਟ ਨੂੰ ਦੱਸਣਾ ਚਾਹੀਦਾ ਹੈ, ਉਹਨਾਂ ਕੋਲੋਂ ਪੁੱਛਿਆ ਜਾਣਾ ਚਾਹੀਦਾ ਕਿ ਤੁਹਾਡੇ ਕੋਲ ਜਿਹੜਾ ਐਗਰੀਕਲਚਰ ਲੈਂਡ ਹੈਗਾ, ਤੁਸੀਂ ਤੁਹਾਡੇ ਕੋਲ ਮਹਿਕਮਾ ਜ਼ਰਾਤ ਹੈਗਾ, ਤੁਸੀਂ ਉਹਨਾਂ ਦੇ ਆਪਣੇ ਜ਼ਰਾਤ ਦੀ ਅਪਲਿਫਟ ਵਾਸਤੇ ਸੂਬਾਈ ਸਤਹ ਤੇ ਜ਼ਰਾਈ ਪਾਲਿਸੀ ਤੁਸੀਂ ਕਿਦੋਂ ਬਣਾਈ, ਕਿੰਨੇ ਉਹਦੇ ਰਕੇ ਵਜ਼ੀਰ ਆਲਾ ਖੈਬਰ ਪਖਤੂਨਖਵਾ ਸਾਹਿਬ, ਵਜ਼ੀਰ ਆਲਾ ਬਲੋਚਿਸਤਾਨ ਇੱਕ ਰਿਪੋਰਟ ਪੇਸ਼ ਕਰਨ, ਆਪਣੀ ਅਸੈਂਬਲੀ 'ਚ ਪੇਸ਼ ਕਰਨ, ਦੱਸਣ। ਉਹਨਾਂ ਨੂੰ ਪੁੱਛਿਆ ਜਾਣਾ ਚਾਹੀਦਾ ਕਿ ਤੁਹਾਡੇ ਸੂਬੇ ਦੇ ਅੰਦਰ ਜਿਹੜੀ 1950 ਦੇ ਵਿੱਚ, 1960 ਦੇ ਵਿੱਚ, 1970 ਤੱਕ ਜਿਹੜੀ ਫੀਕਸ ਪੈਦਾਵਾਰ ਸੀ ਉਹ ਪੰਜਾਬ ਦੇ ਬਰਾਬਰ ਸੀ, ਤੇ ਹੁਣ ਤੁਹਾਡੇ ਕਿਉਂ ਘਟ ਗਈ ਹੈ? ਉੱਥੇ ਸੁਣਿਆ ਤੁਸੀਂ ਤਵੱਜਾ ਨਹੀਂ ਦਿੰਦੇ, ਔਰ ਤੁਹਾਡੇ ਅੱਧੇ ਰਕਬੇ ਜਿਹੜੇ ਨੇ ਉਹ ਕਿਸਾਨਾਂ ਨੇ ਉਹਨੂੰ ਬੀਜਣਾ ਛੱਡ ਦਿੱਤਾ। ਸੁਣਿਆ ਉੱਥੇ ਗੰਦਮ ਤੋਂ ਜ਼ਿਆਦਾ ਪ੍ਰੋਫਿਟੇਬਲ ਬਿਜ਼ਨਸ ਦੂਸਰਾ ਹੈ। ਉਹ ਜਿਹੜੇ ਉੱਥੇ ਤੁਸੀਂ ਪੋਸਟ ਕਾਸਟ ਕਰ ਲੈਂਦੇ ਹੋ, ਤੁਹਾਡੇ ਜਿਹੜੇ ਅੱਧੇ ਕਿਸਾਨ ਜਿਹੜੀ ਨਵੀਂ ਪੌਦ ਦੇ ਕਿਸਾਨ ਉਹ ਬਿਜ਼ਨਸ ਹੀ ਛੱਡ ਗਈ, ਉਹ ਗਰੋ ਹੀ ਨਹੀਂ ਕਰਦੇ। ਤੁਸੀਂ ਗਰੋ ਵਾਸਤੇ ਦੱਸੋ ਨਾ ਵੀ ਕੀ ਪਾਲਿਸੀ ਲੈ ਕੇ ਆਏ? ਹਾਂ, ਕੀ ਇਨਸੈਂਟਿਵ ਦਿੱਤਾ ਤਾਂ ਕਿ ਉੱਥੇ ਚਾਵਲ ਪੈਦਾ ਹੋਵੇ, ਉੱਥੇ ਗੁੜ ਪੈਦਾ ਹੋਵੇ, ਉੱਥੇ ਗੰਦਮ ਪੈਦਾ ਹੋਵੇ, ਉੱਥੇ ਮਕਈ ਪੈਦਾ ਹੋਵੇ, ਹੁੰਦੀ ਵੀ ਹੈ। ਮੱਕੇ ਬਾਜੌੜ ਦੇ ਵਿੱਚ ਮਕਈ ਜਿਹੜੀ ਹੈ, ਬਾਜੌੜ ਦੀ ਮਕਈ ਪੂਰੇ ਪਾਕਿਸਤਾਨ 'ਚ ਸਭ ਤੋਂ ਆਲਾ ਤਰੀਨ ਜ਼ਾਇਕੇ ਦੇ ਵਿੱਚ ਤੇ ਉੱਥੇ ਤੁਸੀਂ ਕਿਉਂ ਨਹੀਂ ਪ੍ਰਮੋਟ ਕੀਤਾ? ਫੀਕਸ ਪੈਦਾਵਾਰ ਵਧਾਓ ਨਾ। ਤੁਸੀਂ ਆਪਣੇ ਸੂਬੇ ਦੇ ਕਿਉਂ ਕਿ ਤੁਹਾਡੇ ਕੋਲ ਇੰਨਾ ਰਕਬਾ ਹੈ ਕਿ ਤੁਸੀਂ ਆਪਣੇ ਸੂਬੇ 'ਚ ਖੁਦ ਗੰਦਮ ਪੈਦਾ ਕਰ ਸਕਦੇ ਹੋ। ਬਈ ਉਹ ਜਿੱਦਤ ਲੈ ਕੇ ਆਓ, ਜਿੱਦਤ ਲਿਆਓ, ਉਹਦੀ ਫੀ ਏਕੜ ਪੈਦਾਵਾਰ ਵਧਾਓ। ਤੁਸੀਂ ਜ਼ਰਾਈ ਅਦਵਾਇਆਤ ਉਹਨਾਂ ਦੇ ਕਿਸਾਨ ਨੂੰ ਕੋਈ ਇਨਸੈਂਟਿਵ ਦਿਓ, ਉਹਨਾਂ ਦੀ ਇਨਪੁਟ ਸਸਤੀ ਕਰੋ ਤਾਂ ਕਿ ਤੁਹਾਡੇ ਸੂਬੇ ਕੋਲ ਆਪਣੀ ਗੰਦਮ ਹੋਵੇ। ਜਾਂ ਤਾਂ ਹੋਵੇ ਨਾ ਤੁਹਾਡੇ ਕੋਲ ਲੈਂਡ ਨਹੀਂ ਹੈ, ਤੁਸੀਂ ਆਪਣੀ ਇਰੀਗੇਸ਼ਨ ਸਿਸਟਮ ਨੂੰ ਡਿਵੈਲਪ ਕਰਨ ਵਾਸਤੇ ਕੀ ਕੀਤਾ ਹੈ ਇਹ ਤਾਂ ਸਮਝਾਓ ਜ਼ਰਾ। ਸਵਾਏ ਗੱਡੀਆਂ ਸਮਗਲਿੰਗ ਕਰਨ ਤੋਂ ਤੇ ਪੋਸਟ ਕਾਸਟ ਕਰਨ ਤੋਂ ਤੇ ਕੋਈ ਕੰਮ ਨਹੀਂ ਕੀਤਾ ਨਾ। ਸਹੀ, ਤੇ ਇਹਦਾ ਜਵਾਬਦੇਹੀ ਨਹੀਂ ਹੋਣੀ ਚਾਹੀਦੀ ਤੁਹਾਡੇ ਕੋਲ। ਆਵਾਮ ਨੂੰ ਪੁੱਛਿਆ ਨਹੀਂ ਜਾਣਾ ਚਾਹੀਦਾ। ਪਿਸ਼ਾਵਰ ਦੇ ਵਿੱਚ ਡਾਕਟਰਸ ਕਰ ਰਹੇ ਸਨ, ਉਹਨਾਂ ਦਾ ਡਾਕਟਰ ਤਨਖਾਹਾਂ ਵਾਸਤੇ ਮੈਂ ਸਮਝਣਾ ਕਿ ਬਿਲਕੁਲ ਉਹਨਾਂ ਦਾ ਜਾਇਜ਼ ਮੁਤਾਲਬਾ ਸੀ। ਉਹ ਕਹਿ ਰਹੇ ਸਨ ਜੀ ਜਿਹੜੇ MPA ਨੇ, MNAs ਨੇ KP ਦੇ ਵਿੱਚੋਂ ਆਏ, ਉਹਨਾਂ ਦੀਆਂ ਤਨਖਾਹਾਂ ਜ਼ਿਆਦਾ ਨੇ ਤੇ ਜਿਹੜੇ ਡਾਕਟਰ ਨੇ ਉਹਨਾਂ ਦੀ ਘੱਟ ਹੈ। ਸਹੀ, ਕਿਉਂ ਬਈ? ਤੁਸੀਂ ਆਪਣੇ ਸੂਬੇ ਦੇ ਡਾਕਟਰਸ ਦੇ ਵਿੱਚੋਂ ਕਿਉਂ ਨਹੀਂ ਉਹਨਾਂ ਦੇ ਵਾਸਤੇ ਕਰਦੇ? ਬਸ ਮੈਂ ਕਿਹਾ ਡਾਕਟਰ ਤੇ ਸਾਡੀ ਵੀ ਘੱਟ ਹੀ ਹੋਣੀ ਆ ਜਨਾਂ ਤੋਂ ਵੀ ਸਾਰਿਆਂ ਨੂੰ ਕਰਨਾ ਚਾਹੀਦਾ। ਅਗਰ ਅਸੀਂ ਇੱਥੋਂ ਵੀ ਕਰਨਾ ਚਾਹੀਦਾ। ਇੱਕ ਜਿਹੜੇ CEO ਤੁਸੀਂ ਲਾਏ ਨੇ ਬਿਲਾ ਵਜ੍ਹਾ ਦੇ,
ਕੋਈ ਫਲਾਨੀ ਅਥਾਰਟੀ ਤੇ ਉਹਨਾਂ ਦੇ ਤੁਸੀਂ ਲੱਖਾਂ ਰੁਪਏ ਮੁਰਾਦ ਦੇ ਰਹੇ ਹੋ, ਜਿਹੜੇ ਡਾਕਟਰ ਦਿਨ ਰਾਤ ਖਿਦਮਤ ਦਿੰਦੇ ਨੇ। ਚਲੋ ਕਿੰਨੇ ਕੁ ਡਾਕਟਰ ਵਿਚਾਰੇ ਖਰਾਬ ਹੋਣਗੇ, ਜਿਹੜੇ ਜੂਨੀਅਰ ਡਾਕਟਰ ਹਸਪੀਟਲ ਦੇ ਅੰਦਰ ਜਿਹੜੇ ਮੁਲਾਜ਼ਮਤਾਂ ਕਰਦੇ ਨੇ, ਉਹ ਉਹਨਾਂ ਨੇ ਕਿੰਨਾ ਕੁ ਪੈਸੇ ਕਮਾ ਲੈਣਗੇ। ਚੋ ਸਭ ਜਿਹੜੇ ਸੀਈਓਜ਼ ਲੱਗੇ ਤੁਸੀਂ ਨਿੱਜੀ ਹਸਪੀਟਲਸ ਨੂੰ ਤੁਸੀਂ ਕਰੋ ਨਾ ਕੰਟੇਨਰ ਚ ਲਿਆਓ। ਇੱਕ ਸੀਈਓ ਦੀ ਸੈਲਰੀ ਚ ਮੇਰਾ ਖਿਆਲ ਹੈ ਜਿਹੜਾ ਨਾ ਕੋਈ 15-20 ਡਾਕਟਰ ਆ ਜਾਣ, ਜਿਹੜੇ ਬੰਦੇ ਤੁਹਾਨੂੰ ਦਿਨ ਰਾਤ ਐਮਰਜੈਂਸੀਆਂ ਚ ਖਿਦਮਤ ਅੰਜਾਮ ਦਿੰਦੇ ਨੇ। ਉਸ ਤੋਂ ਬਾਅਦ ਕਰੋਨਾ ਸੀ ਤੇ ਡਾਕਟਰਸ ਨੇ ਦਿੱਤਾ, ਫਰੰਟ ਲਾਈਨ ਸੋਲਜਰ ਸਨ, ਉਹਦੇ ਚ ਸਾਰਾ ਕੁਝ ਕਰਦੇ ਨੇ, ਤੇ ਤੁਹਾਨੂੰ ਉਹਨਾਂ ਦਾ ਖਿਆਲ ਨਹੀਂ ਆਉਂਦਾ ਕਿ ਵੀ ਅਸੀਂ ਇਹਨਾਂ ਵਾਸਤੇ ਕਰੀਏ। ਸਰਕਾਰੀ ਸਕੂਲਾਂ ਦੇ ਜਿਹੜੇ ਟੀਚਰ ਨੇ ਉਹਨਾਂ ਦੀ ਜਿਹੜੀ ਇਨਸਪੈਕਸ਼ਨ ਨੇ, ਉਹਨਾਂ ਦਾ ਸਾਰਾ ਤਰੀਕਾਕਾਰ ਹੈ ਚਾਰੇ ਸੂਬਿਆਂ ਦੇ ਵਿੱਚ, ਇਹਨਾਂ ਨੂੰ ਨਹੀਂ ਚਾਹੀਦਾ ਕਰਨਾ। ਟੀਚਰ ਦੀ ਜੋ ਸਭ ਹਾਲਤ ਹੈ ਨਾ ਇਸ ਮੁਲਕ ਦੇ ਵਿੱਚ, ਉਹ ਤਾਂ ਬਿਆਨ ਦੇਖੋ ਨਾ, ਉਹ ਕੀ ਮਤਲਬ ਹਾਂ ਖਾਸ ਤੌਰ ਤੇ ਪ੍ਰਾਇਮਰੀ ਔਰ ਪ੍ਰਾਇਮਰੀ ਦੀ ਮੈਂ ਗੱਲ ਕਰ ਰਿਹਾ, ਪ੍ਰਾਇਮਰੀ ਸਰਕਾਰੀ ਸਕੂਲਾਂ ਦੇ ਹਾਈ ਸਕੂਲ ਲਾਣੀ ਹੈ, ਜਿੱਥੋਂ ਤੁਸੀਂ ਕੰਮ ਸ਼ੁਰੂ ਕਰਨਾ ਬੀਜ ਲਾ ਕੇ, ਉਹ ਵਿਚਾਰੇ ਟੀਚਰਾਂ ਦੀ ਆਪਣੀ ਹਾਲਤ ਐਸੀ ਹੈ ਕਿ ਉਹ ਘਰ ਦੇ ਮਸਲੇ ਹੱਲ ਕਰਨਗੇ ਬੱਚਿਆਂ ਨੂੰ। ਤੇ ਜੇ ਤੁਸੀਂ ਜਾਮਿਆਤ ਦਾ ਕਰ ਲਓ ਤੇ ਉੱਥੇ ਤੁਸੀਂ ਸਿਆਸਤ ਕਰਨੀਆਂ ਕਰ ਦਿੰਦੇ ਆ, ਉੱਥੇ ਇਹ ਮਾਮਲਾ ਉੱਥੇ ਸਾਰਾ ਕੁਝ ਇਹ ਕੰਮ ਹੈ। ਤੇ ਜੇ ਖਰਾਬੀ ਤੁਹਾਡੇ ਆਪਣੇ ਅੰਦਰ ਹੈ, ਤੁਹਾਡੇ ਔਰ ਤੁਹਾਡੇ ਅੰਦਰ ਸਿਆਸੀ ਸ਼ਊਰ ਨਾਂ ਦੀ ਕੋਈ ਨਹੀਂ, ਤੁਹਾਡੇ ਤਰਜ਼ ਅਮਲ 'ਚ ਡੈਮੋਕ੍ਰੇਸੀ ਕੋਈ ਨਹੀਂ, ਤੁਸੀਂ ਕਦੇ ਕੋਈ ਕੌਮ ਪ੍ਰਸਤੀ ਦਾ ਨਾਰਾ ਲਾੜਦੇ ਹੋ, ਤੁਹਾਡੇ ਅੰਦਰ ਆਪਣੀ ਕੌਮ ਵਾਸਤੇ ਹਮਦਰਦੀ ਕੋਈ ਨਹੀਂ, ਸਵਾਏ ਆਪਣੇ ਨਾਰੇ ਤੋਂ ਲਾਉਣ ਤੋਂ ਇਲਾਵਾ। ਸਹੀ ਹੋ ਗਿਆ। ਚਤਰਾਲ, ਕੋਹਿਸਤਾਨ ਜਦੋਂ ਤੁਹਾਨੂੰ ਛੇੜ ਬੈਠਾ ਅੱਜ ਤੁਹਾਨੂੰ, ਤੇ ਇਹਨਾਂ ਦੇ ਵਿੱਚ ਇਹ ਪਸਮਾਨਦਾ ਕਿਉਂ ਨੇ? ਇਹਨਾਂ ਦਾ ਬਜਟ, ਸੂਬੇ ਦਾ ਬਜਟ ਇਹਨਾਂ ਦੇ ਉੱਤੇ ਕਿਉਂ ਨਹੀਂ ਲਾਉਂਦੇ? ਸੜਕਾਂ ਕਿਉਂ ਨਹੀਂ ਬਣਾਉਂਦੇ? ਪੁਲ ਕਿਉਂ ਨਹੀਂ ਬਣਾਉਂਦੇ? ਬਿਲਕੁਲ ਅਮਨ ਵਾਸਤੇ ਤੁਸੀਂ ਕੋਸ਼ਿਸ਼ ਕਿਉਂ ਨਹੀਂ ਕਰਦੇ? ਹਰ ਵਕਤ ਵਫਾਕ ਤੇ ਪੰਜਾਬ ਹੀ ਤੁਹਾਨੂੰ ਨਜ਼ਰ ਆਉਂਦਾ। ਇਹ ਚੀਜ਼ਾਂ ਨੂੰ ਗੌਰ ਕਰਨਾ ਚਾਹੀਦਾ, ਹਿਸਾਬ ਹੋਣਾ ਚਾਹੀਦਾ ਇਹਨਾਂ ਸਾਰਿਆਂ ਦਾ। ਜਦੋਂ ਤੁਸੀਂ ਭਰਪੂਰ ਇਹਦੇ ਤੇ ਗੱਲ ਕਰਤੀ, ਤੁਹਾਡੀ ਆਵਾਜ਼ ਜਿਹੜੀ ਨਾ ਬੜੀ ਗੂੰਜਦੀ ਹੈ। ਮੈਂ ਤਾਂ ਬੜੀ ਗੁੱਸਾ ਚੜਾਤਾ ਮੈਨੂੰ। ਮੈਂ ਸ਼ੁਰੂ ਜਾਵੇਂ ਤੁਹਾਨੂੰ ਛੇੜ ਬੈਠਾ ਕਿ ਤੁਹਾਨੂੰ ਅੱਜ ਜਿਹੜਾ ਜੋਸ਼ ਦਿਵਾਣਾ। ਚਲੋ ਮੈਨੂੰ ਬੇਸ਼ੱਕ ਛੇੜ ਲੈਣਾ, ਕਿਤੇ ਹੋਰ ਨੂੰ ਨਾ ਛੇੜ ਲੈਣਾ। ਠੀਕ ਹੋ ਗਿਆ ਚਰ ਸਾਹਿਬ। ਨਾਜ਼ਰੀਨ, ਪ੍ਰੋਗਰਾਮ 'ਚ ਵਕਤ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਦੋਂ ਵਾਪਸ ਆਵਾਂਗੇ ਤੇ ਇਰਾਨ ਅਮਰੀਕਾ ਸੂਰਤ ਹਾਲ ਉੱਤੇ ਗੱਲ ਕਰਾਂਗੇ। ਸਾਡੇ ਨਾਲ ਜੁੜੇ ਰਹੋ।